ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਸਾਡੀ ਇਹ ਵੀਡੀਓ ਹੈ ਜਿਹੜੀ ਉਹ ਬਹੁਤ ਹੀ ਜ਼ਰੂਰੀ ਹੈ ਜੀ, ਸਾਰਿਆਂ ਦੇ ਲਈ, ਸਾਡੇ ਲਈ ਵੀ, ਤੁਹਾਡੇ ਲਈ ਵੀ। ਵੀਡੀਓ ਦੇ ਵਿੱਚ ਅਸੀਂ ਅੱਜ ਆਪਣਾ ਇੱਕ ਸਪਸ਼ਟੀਕਰਨ ਦੇਣ ਲਈ ਆਏ ਹਾਂ, ਪਰ ਪਿਛਲੇ ਕਰੀਬ 20 ਦਿਨਾਂ ਤੋਂ ਜੋ ਸਾਡੇ ਪਰਿਵਾਰ ਦੇ ਉੱਪਰ ਹਨੇਰੀ ਝੁੱਲ ਰਹੀ ਆ, ਉਹਦੇ ਵਿੱਚ ਸਾਡੇ ਪਿਛਲੇ ਸਾਲ 5 ਸਾਲਾਂ 'ਚ ਲਾਈ ਹੋਈ ਫੁਲਵਾੜੀ ਦੇ 7 ਬੂਟੇ ਸੁੱਕ ਗਏ। ਸਾਡੀਆਂ ਅੱਖਾਂ ਦੇ ਸਾਹਮਣੇ ਉਹ ਫੁੱਲ ਕਰ ਗਏ। ਅਸੀਂ ਕੁਝ ਨਹੀਂ ਕਰ ਸਕੇ। ਮੈਂ ਖੁਦ ਆਪ ਮੰਜੇ ਤੇ ਆ, ਬੈੱਡ ਤੇ ਪਿਆ। 12-13 ਕਿਲੋ weight ਘਟ ਗਿਆ। ਤੁਰਨ ਤੋਂ ਵੀ ਮੁਸ਼ਕਿਲ ਹੋਇਆ ਹੈ। 7 ਮੈਂਬਰ ਸਾਡੇ ਪਰਿਵਾਰ ਦੇ ਸਾਡੀਆਂ ਅੱਖਾਂ ਦੇ ਸਾਹਮਣੇ ਤੁਰ ਗਏ। 2 ਮੈਂਬਰ ਕੱਲ੍ਹ ਰਾਤ, ਬਾਪੂ ਜੀਤ ਸਿੰਘ ਤੇ ਬਾਪੂ ਮਹਿੰਦਰ ਸਿੰਘ, ਹਜੇ ਵੀ ਮੋਰਚਰੀ ਦੇ ਵਿੱਚ ਪਏ ਆਪਣੀ ਬਾਰੀ ਦਾ ਸੰਸਕਾਰ ਵਾਸਤੇ ਇੰਤਜ਼ਾਰ ਕਰ ਰਹੇ ਨੇ। ਪਰ ਜੋ ਹਾਲਾਤ ਇਸ ਟਾਈਮ ਬਣੇ ਹੋਏ ਨੇ ਸਾਡੇ ਆਸ-ਪਾਸ, ਉਹਨਾਂ ਦੇ ਬਾਰੇ 'ਚ ਗੱਲ ਕਰਦੇ ਹਾਂ। ਇੱਕ ਗੱਲ ਨਿਕਲ ਕੇ ਆਈ ਹੈ ਜਿਹੜੀ ਦਿੱਲੀ ਸੰਘਰਸ਼ ਦੇ ਵਿੱਚ ਜੋ ਸਾਨੂੰ ਸੇਵਾ ਦਾ ਮੌਕਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬਖਸ਼ਿਆ। ਗੁਰੂ ਕਾ ਲੰਗਰ ਚੱਲ ਰਿਹਾ, ਉੱਥੋਂ ਸਿੰਘੂ ਬਾਰਡਰ ਤੇ ਸਾਡੀਆਂ ਜਿਹੜੀਆਂ ਸੇਵਾਵਾਂ ਗੁਰੂ ਸਾਹਿਬ ਨੇ ਲਾਈਆਂ ਸੀ, ਉਹ ਅਸੀਂ ਸਿਰਫ 5 ਦਿਨਾਂ ਵਾਸਤੇ ਲੰਗਰ ਲਾਉਣ ਲਈ ਗਏ ਸੀ। ਪਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਉੱਥੋਂ ਆਉਣ ਦਾ ਮੌਕਾ ਹੀ ਨਹੀਂ ਦਿੱਤਾ। 5 ਦਿਨਾਂ ਦਾ ਸਮਾਨ ਲੈ ਕੇ ਗਏ ਸੀ, ਹਜੇ ਤੱਕ ਨਹੀਂ ਮੁੱਕਿਆ, ਤੇ ਅਸੀਂ ਉਹ ਸਮਾਨ ਸਾਰਾ ਲੈ ਕੇ ਵਾਪਸ ਟਰਾਲੀਆਂ 'ਚ ਲੱਦ ਕੇ ਪਿੰਡ ਨਹੀਂ ਸੀ ਆਉਣਾ ਚਾਹੁੰਦੇ। ਉੱਥੋਂ ਦੀ ਸੇਵਾ ਜਿਹੜੀ ਉੱਥੇ ਹੀ ਕਰਨੀ ਚਾਹੁੰਦੇ ਸੀ। ਜਾਂ ਤਾਂ ਫੈਸਲਾ ਆਊਗਾ, ਇਹ ਸੋਚਿਆ ਸੀਗਾ, ਤਦ ਆਵਾਂਗੇ, ਤੇ ਜਾਂ ਫਿਰ ਸਾਰਾ ਸਮਾਨ ਵਰਤਾ ਕੇ ਉੱਥੇ ਫੇਰ ਆਵਾਂਗੇ। ਪਰ ਗੁਰੂ ਕੇ ਲੰਗਰਾਂ 'ਚ ਕਿਤੇ ਰਸ ਦਾ ਮੁੱਕੀਆਂ, ਇਹ ਹੋ ਹੀ ਨਹੀਂ ਸਕਦਾ। ਇਸੇ ਕਰਕੇ ਸਾਡੀ ਟੀਮ ਉੱਥੇ ਬੈਠੀ ਹੈ। ਹਜੇ ਵੀ ਨਾ ਕਿਸੇ ਪਾਰਟੀ ਨਾਲ, ਨਾ ਕਿਸੇ ਜਥੇਬੰਦੀ ਨਾਲ ਸਾਡਾ ਕੋਈ ਸੰਬੰਧ ਆ। ਸਾਡਾ ਗੁਰੂ ਸਾਹਿਬ ਨਾਲ ਸਿੱਧਾ ਸੰਬੰਧ ਆ ਬਸ। ਤੇ ਅੱਜ ਇੱਕ ਆਡੀਓ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਇਹ 4 ਫਰਵਰੀ ਦੀ ਆਡੀਓ ਆ। 4 ਫਰਵਰੀ ਨੂੰ ਇਹ ਆਡੀਓ ਰਿਕਾਰਡ ਹੋਈ ਆ, ਉਸ ਦਿਨ ਦੀ, ਜਿਸ ਦਿਨ ਦੀ ਸਾਰੀ ਇਹ ਗੱਲ ਕਹੀ ਜਾ ਰਹੀ ਹੈ, ਜੋ ਮੀਡੀਆ 'ਚ ਚੱਲ ਰਹੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋਖੀ ਹਾਂ, ਜਾਂ ਅਸੀਂ ਗੁਰੂ ਸਾਹਿਬ ਦੇ ਜਿਹੜੇ ਨਿਸ਼ਾਨ ਸਾਹਿਬ ਦੇ ਸਰੂਪ ਆ, ਉਹਨਾਂ ਨੂੰ ਸਾੜਿਆ ਲਫ਼ਜ਼ ਬੜਾ ਗਲਤ ਵਰਤਿਆ ਗਿਆ। ਪਰ ਤੁਸੀਂ ਪਹਿਲਾਂ ਆਡੀਓ ਸੁਣੋ ਸਾਰੀ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਜੀ। ਇਹ ਆਡੀਓ ਦੇ ਵਿੱਚ ਜਿਹੜੇ ਕਿਰਦਾਰ ਬੋਲਣਗੇ, ਸੁਖ ਜਗਰਾਵਾਂ ਵੀਰ, ਲੱਖਾ ਸਿਧਾਣਾ ਵੀਰ ਆ, ਉਦੋਂ ਕੇ ਬਾਈ ਆ, ਤੇ ਮੇਰੀ ਆਵਾਜ਼ ਆ। ਅਸੀਂ 4 ਜਣਿਆਂ ਦੀ ਆਵਾਜ਼ ਆ। ਤੇ ਇਹ ਸੁਣੋ ਤੁਸੀਂ। 3.5 ਮਿੰਟ ਦੀ ਇਹ ਜਿਹੜੀ ਰਿਕਾਰਡਿੰਗ ਆ। ਤੇ ਸੁਖਬੀਰ ਬੋਲ ਰਿਹਾ, ਇਸੇ ਗੱਲ ਤੋਂ ਸ਼ੁਰੂ ਹੋਈ ਸੀ ਗੱਲ। ਆਪਣਾ 26 ਜਨਵਰੀ ਤੋਂ ਪਹਿਲਾਂ 7-8 ਦਿਨ ਪਹਿਲਾਂ ਇੱਥੇ ਗੱਡੀ ਆਈ ਹੈ, ਇੱਕ ਟਰੱਕ ਭਰਿਆ ਹੋਇਆ ਝੰਡਿਆਂ ਦਾ। ਇਹ ਤੋਂ ਗੱਲ ਛੇੜੀ ਸੀ। ਝੰਡੇ ਵੱਡੇ ਉਹ ਇੱਥੇ ਖੜ ਕੇ ਵੰਡਣ ਲੱਗੇ ਝੰਡੇ। ਉਹ ਆਏ ਤੇ ਸਾਨੂੰ ਪਾਣੀ ਲਾਉਣ, ਉੱਤੇ ਝੰਡੇ ਭਰੇ ਹੁਸ਼ਿਆਰਪੁਰ ਤੋਂ ਆਏ ਸੀ ਖਾਲਿਸਤਾਨੀ ਨਿਸ਼ਾਨ ਸਾਹਿਬ ਵਾਲੇ। ਹਾਂ, ਜਿਹੜਾ ਨਹੀਂ, ਉਹਨਾਂ ਨੇ ਮਨਜੀਤ ਰਾਏ ਦਾ ਸੀਗਾ। ਮਨਜੀਤ ਰਾਏ ਨੂੰ ਸ਼ਾਇਦ ਤੁਹਾਡੀ ਨੌਲੇਜ ਨਾ ਹੋਵੇ, ਹੁਸ਼ਿਆਰਪੁਰ ਤੋਂ ਆਏ ਸੀ ਬੰਦੇ। ਇਹ ਉਦੋਂ ਕੇ ਵੀਰ ਕਹਿ ਰਿਹਾ ਵਾ। ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਵੀ ਉਹਨਾਂ ਨੇ ਮਨਜੀਤ ਰਾਏ ਦਾ ਨਾਂ ਲਿਆ, ਵੀ ਅਸੀਂ ਮਨਜੀਤ ਰਾਏ ਦੀ ਗੱਡੀ ਆ ਇਹ। ਤੇ ਪਰ ਉਦੋਂ ਕੇ ਵੀਰ ਕਹਿ ਰਿਹਾ ਸੀ ਵੀ ਨਹੀਂ, ਅਸੀਂ ਮੰਗਾਏ ਸੀ ਇਹ ਝੰਡੇ। ਲਿਖਿਆ ਮਤਲਬ ਜਦੋਂ ਉਹਨੇ ਖਾਲਿਸਤਾਨੀ ਆਪਣੇ ਮੂੰਹ ਤੇ ਉਹ ਚੜ ਗਈ ਨਾ, ਵੀ ਜਿਹੜੇ ਆਪਣੇ ਵੱਡੇ ਝੰਡੇ ਸੀ ਖਾਲਿਸਤਾਨੀ, ਨੀਲੇ ਵੀ ਸੀਗੇ, ਦੂਜੇ ਵੀ ਸੀਗੇ, ਤੇ ਉਹ ਇੱਥੇ ਵੰਡਣ ਲੱਗ ਗਏ। ਉਹਨਾਂ ਨੇ ਘੱਟੋ ਘੱਟ 2-3 ਮਿੰਟਾਂ 'ਚ 400-500 ਝੰਡਾ ਬਣਦਾ। ਹਰੇਕ ਬੰਦੇ ਕੋਲ ਵੱਡੇ ਝੰਡੇ ਹੀ ਹੋ ਗਏ 1 ਮਿੰਟ 'ਚ। ਉਦੋਂ 1-2 ਦਿਨ ਪਹਿਲਾਂ ਹੀ ਗੱਲ ਹੋ ਗਈ ਸੀ ਆ ਵੀ ਇਹ ਖਾਲਿਸਤਾਨੀ ਝੰਡਿਆਂ ਵਾਲਾ ਜਿਹੜਾ ਉਹਨਾਂ ਨੇ ਕਿਹਾ ਸੀ ਨਾ ਵੀ ਇਹ ਲਾ ਰਹੇ ਆ। ਤੇ ਅਸੀਂ ਸਾਡੇ ਬੰਦੇ ਨੇ 2-3 ਜਣਿਆਂ ਨੇ ਗੱਲ ਕੀਤੀ। ਅਸੀਂ ਫੋਨ ਕਰਤਾ ਸਟੇਜ ਤੇ। ਸਾਡੇ ਕੋਲ ਦਵਿੰਦਰ ਦਾ ਨੰਬਰ ਆ ਉੱਥੇ ਫਗਵਾੜੇ ਤੋਂ ਮੁੰਡਾ, ਮੈਨੂੰ ਨਹੀਂ ਸੀ ਪਤਾ ਮਨਜੀਤ ਰਾਏ ਦੇ ਨਾਲ ਦਾ ਵਾ।
ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਦੀ ਜੱਥੇਬੰਦੀ ਦਾ ਬੰਦਾ। ਮੈਂ ਪਹਿਲੇ ਤਾਂ ਸਟੇਜ ਤੇ ਗਿਆ, ਉਹਨੇ ਮੇਰਾ ਨੰਬਰ ਲੈ ਲਿਆ, ਮੈਂ ਉਹਨੂੰ ਦੇਤਾ, ਮੈਂ ਉਹਨੂੰ ਫੋਨ ਕਰਤਾ, ਮੈਂ ਕਿਹਾ ਯਾਰ ਵੀ ਇੱਥੇ ਇੱਕ ਬੰਦੇ ਆਏ ਆ ਵੀ ਗੱਡੀ ਦੇ ਵਿੱਚ ਝੰਡੇ ਵੰਡੀ ਜਾਂਦੇ ਆ, ਵੀ ਅਸੀਂ ਰੋਕ ਤਾਂ ਲਏ ਆ ਵੀ। ਉਹ ਕਹਿੰਦੇ ਵੀ ਸਾਨੂੰ ਕਿਸੇ ਮਨਜੀਤ ਰਾਏ ਨੇ ਪ੍ਰਧਾਨ ਨੇ ਬੁਲਾਇਆ, ਕੋਈ ਉਹਨੇ ਮੰਗਵਾਇਆ ਝੰਡੇ, ਤੇ ਉਹ ਕਹਿੰਦਾ ਜੀ ਅਸੀਂ ਆਉਂਦੇ ਹਾਂ, ਕੋਈ ਨਾ ਮਨਜੀਤ ਰਾਏ ਮੇਰੇ ਨਾਲ ਹੀ, ਅਸੀਂ ਨਾਲ ਹੀ ਲੈ ਕੇ ਆਉਣਾ। ਮਨਜੀਤ ਰਾਏ ਵੀ ਆ ਗਿਆ ਇੱਥੇ, ਅਸੀਂ ਸਾਡੇ ਬੰਦੇ ਵੀਡੀਓ ਬਣਾਏ, ਸਾਡੀ ਆਦਤ ਹੈ ਜਿਵੇਂ ਵੀਡੀਓ ਬਣਾਉਣ ਲੱਗ ਗਏ ਤਾਂ ਨਾ, ਵੀਡੀਓ ਬਣਾਉਣ ਲੱਗ ਗਏ। ਉਹ ਪੈਂਦਾ ਜੀ ਕਿ ਬਾਈ ਜਵਾਕਾਂ ਦਾ ਭਵਿੱਖ ਖਰਾਬ ਹੋ ਜੂ, ਵੀਡੀਓ ਨਾ ਦਿਖਾਇਓ, ਵੀਡੀਓ ਨਾ ਪਾਇਓ ਕਿਤੇ ਅੱਗੇ। ਮੈਂ ਕਿਹਾ ਅਸੀਂ ਤਾਂ ਕੀ ਪਾਉਣੀ ਵੀ, ਤਾਂ ਵੈਸੇ ਆਏ ਜੇ ਪ੍ਰੂਫ ਬਣਾ ਰਹੇ ਵੀ ਕੋਈ ਗਲਤ ਉਹ ਸਰਕਾਰ ਨੇ ਨਾ ਬੰਦੇ ਭੇਜੇ ਹੋਣ ਨਾ ਵੀ ਏਦਾਂ ਦਾ ਜਿਹੜੀ ਚੀਜ਼ ਪ੍ਰੋਪਗੈਂਡਾ ਸਰਕਾਰ ਕਰ ਰਹੀ ਹੈ ਵੀ ਉਹੀ ਹੋ ਰਿਹਾ ਵੀ, ਤਾਂ ਇੱਕ ਸ਼ਹਿਰ ਤੋਂ ਸੋਚਣਾ ਰੋਕਿਆ ਵਾ। ਮਨਜੀਤ ਆਇਆ, ਪਹਿਲਾਂ ਤਾਂ ਕਹਿੰਦਾ ਮੁੱਕਰ ਗਿਆ ਮੇਰਾ ਨਹੀਂ, ਫਿਰ ਉਹਨੇ 2 ਮਿੰਟ ਪਾਸੇ ਕੀਤਾ। ਮਨਜੀਤ ਰਾਏ ਮੈਨੂੰ ਆ ਕੇ ਕਹਿੰਦਾ ਬਾਈ ਬੰਦੇ ਆਪਣੇ ਹੀ ਆ ਯਾਰ, ਇਹ ਤਾਂ ਕਹਿੰਦੇ ਤਾਂ ਆਪਾਂ ਹੀ ਮੰਗਾਏ ਸੀ, ਥੋੜੇ ਮੰਗਾਏ, ਕਹਿੰਦਾ ਤਾਂ ਬਾਹਲੇ ਲੈ ਆਏ, ਇਹਨਾਂ ਤਾਂ 5-10 ਗਏ ਟਰੈਕਟਰਾਂ ਦੇ ਲਾਉਣ ਵਾਸਤੇ। ਜਿਹੜੀ ਕਿ ਉਹਨਾਂ ਨੇ ਗੱਡੀ ਜਦੋਂ ਹੀ ਆਪਦੇ ਕੁਝ ਕੀਤੀ ਕਾਗਜ਼ੇ ਚੋਂ ਗਾਹ ਲੈ ਗਏ ਗੱਡੀ। ਚਲੋ ਅਸੀਂ ਵੀ ਮੁੜ ਕੇ ਧਿਆਨ ਦਿੱਤਾ। ਉਹ ਤਾਂ ਹੁਣ ਜਦੋਂ ਜਿਵੇਂ ਬਾਅਦ ਦੇ ਵਿੱਚ ਔਰ ਜਿਵੇਂ ਵੱਧਦੇ ਨੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਤੇ ਉੱਥੋਂ ਇੱਕ ਗੱਲ ਪੁਆਇੰਟ ਆਊਟ ਹੁੰਦੀ ਹੈ ਵੀ ਉਹਨਾਂ ਨੇ ਪਹਿਲਾਂ ਇਹ ਤਾਂ ਵਿਰੋਧ ਕਰਦੇ ਸੀ ਇਸ ਚੀਜ਼ ਦਾ। ਹੁਣ ਤੁਸੀਂ ਉਹ ਕਹਿੰਦੇ ਤੁਸੀਂ ਮੰਗਾਏ ਸੀ, ਉਹ ਤੁਸੀਂ ਮੰਗਾਈ ਨਹੀਂ ਗੱਡੀ। ਓਕੇ, ਇਹ ਮੈਨੂੰ ਲੱਗਦਾ ਵੀ ਸੀਗੀ ਗੱਲ, ਨਹੀਂ ਉਹਦਾ ਡੰਡੇ ਦੀ ਡਾਂਗਾਂ ਸੀ ਵੱਡੀਆਂ, ਨਹੀਂ ਉਹ ਤਾਂ ਡਾਂਗਾਂ ਸੀ, ਤੇ ਸਾਡੇ ਕੋਲੇ ਡਾਂਗਾਂ ਵੀ ਪਈਆਂ ਹੋਣੀਆਂ। ਆਹ ਦੇਖੋ ਆਹ ਪਈਆਂ ਹਜੇ ਵੀ ਡੰਡੇ ਝੰਡਿਆਂ ਦਾ ਸੀ, ਫਿਰ ਉਹ ਸਾਰਿਆਂ ਦਾ ਸਤਿਕਾਰ ਕਰਤਾ ਸੀਗਾ, ਤੇ ਡਾਂਗਾਂ ਸਾਡੇ ਕੋਲ ਪਈਆਂ ਹਜੇ, ਉਹ ਡਾਂਗਾਂ ਦੇ ਵਿੱਚ ਹੀ ਸੀ। ਵੱਡਾ ਰਾਜੇ ਵਾਲੇ ਕਹਿੰਦਾ ਸੀ ਉਸ ਤੋਂ ਬਾਅਦ ਪਾਰਲੀਮੈਂਟਲ ਸੈਸ਼ਨ ਦੇ ਵਿੱਚ ਨਿਬੜ ਗੱਲ ਉਸ ਤੋਂ ਬਾਅਦ ਟੌਪਿਕ ਬਦਲ ਗਿਆ ਸੀ, ਫਿਰ ਰਾਜੇਵਾਲ ਸਾਹਿਬ ਦਾ ਗੱਲ ਦਾ ਟੌਪਿਕ ਚੱਲ ਪਿਆ ਸੀ। ਹੁਣ ਪਸੀਨਾ ਬਹੁਤ ਆ ਰਿਹਾ, ਕਮਜ਼ੋਰੀ ਬਹੁਤ ਜ਼ਿਆਦਾ ਵਾ ਜੀ। ਹੁਣ ਇਹ ਗੱਲ ਦਾ ਤੁਸੀਂ ਅੰਦਾਜ਼ਾ ਲਾਓ ਵੀ ਇਹਦੇ ਵਿੱਚ ਉਸ ਟਾਈਮ 4 ਫਰਵਰੀ ਵਾਲੀ ਜਿਹੜੀ ਇਹ ਆਡੀਓ ਆ ਵੀ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਵੀ ਅਸੀਂ ਝੰਡਿਆਂ ਦਾ ਸੰਸਕਾਰ ਕੀਤਾ। ਉਹ ਝੰਡੇ ਕਿੱਥੋਂ ਆਏ ਸਾਡੇ ਕੋਲ, ਕਿਉਂਕਿ ਝੰਡਿਆਂ ਦੀ ਗੱਡੀ ਤਾਂ ਮਨਜੀਤ ਰਾਏ ਵੀਰ ਆਇਆ, ਉਹ ਲੈ ਗਿਆ ਨਾਲ। ਉਦੋਂ ਕਿ ਬਾਈ ਕਹਿੰਦਾ ਵੀ ਅਸੀਂ ਮੰਗਾਏ ਸੀਗੇ, ਚਲੋ ਕਿਹਨੇ ਵੀ ਮੰਗਾਏ, ਸਹੀ ਥਾਂ ਤੇ ਚਲੇ ਗਏ। ਉਸ ਤੋਂ ਬਾਅਦ ਜਦੋਂ ਚਲੇ ਗਏ ਗੱਡੀ ਲੈ ਕੇ, ਅਸੀਂ ਵੀ ਆਪਦੇ ਗੁਰੂ ਕੇ ਲੰਗਰਾਂ ਦੇ ਵਿੱਚ ਬਿਜ਼ੀ ਹੋ ਗਏ, ਬੰਦੇ ਆਏ ਮਿਲਣ ਲੱਗ ਗਿਆ, ਕੋਈ ਪਤਾ ਨਹੀਂ ਕਿੱਧਰ ਲੱਗੇ ਹੈ ਨਾ। ਥੋੜ੍ਹੇ ਟਾਈਮ ਬਾਅਦ ਮੈਨੂੰ ਮੁੰਡੇ ਨੇ ਸਾਡੇ ਨੇ ਆ ਕੇ ਦੱਸਿਆ ਜੀ ਡਿਊਟੀ ਸੀਗੀ ਬਾਹਰ ਗੇਟ ਤੇ, ਕਿਉਂਕਿ ਉੱਥੇ ਚੱਪਲਾਂ ਜੁੱਤੀਆਂ ਬੂਟ ਕੋਈ ਲੋਕਾਂ ਦੇ ਦੂਜੇ ਪਾ ਜਾਂਦੇ ਸੀ, ਕੋਈ ਹੋਰ ਹੀ ਨਵੇਂ ਪੁਰਾਣੇ ਲਾ ਜਾਂਦੇ ਸੀਗੇ, ਤੇ ਸਾਡਾ ਬੰਦਾ ਉੱਥੇ ਲਾਇਆ ਹੁੰਦਾ ਸੀ। ਉਹਨੇ ਆ ਕੇ ਦੱਸਿਆ, ਕਹਿੰਦਾ ਵੀਰੇ ਵੀ ਯਾਰ ਝੰਡਿਆਂ ਦੀ ਬੇਅਦਬੀ ਹੋ ਰਹੀ ਆ, ਲੋਕ ਪ੍ਰਸ਼ਾਦਾ ਛਕਣ ਲੱਗ ਗਏ, ਜਾਂ ਕਈ ਵਾਰੀ ਕੋਈ ਹਰਿਆਣੇ ਵਾਲੇ ਫੋਟੋਆਂ ਖਿਚਾਉਣ ਨੂੰ ਫੜ ਲੈਂਦੇ ਸੀਗੇ ਝੰਡੇ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸਿਰ ਤੇ ਗਾਰਾ ਜਿਹਾ ਸੀਗਾ, ਗਿੱਲਾ ਥਾਂ ਸੀ ਉੱਥੇ ਸਾਡੇ ਮੂਹਰੇ, ਤੇ ਉਹਦੇ ਵਿੱਚ ਝੰਡੇ ਪਏ ਗੰਦੇ 10-12 ਝੰਡੇ ਗਾਰੇ ਨਾਲ ਲਿਬੜੇ ਹੋਏ, ਜਿਹਨਾਂ ਉੱਤੇ ਚੱਪਲਾਂ ਲਾਈਆਂ ਹੈਗੀਆਂ। ਤੇ ਅਸੀਂ ਫਟਾਫਟ ਚੱਕੇ, ਬੜਾ ਦੁੱਖ ਲੱਗਿਆ ਦੇਖ ਕੇ, ਚੱਕ ਕੇ ਉਹਨਾਂ ਨੂੰ ਝੰਡਿਆਂ ਨੂੰ ਡੰਡਿਆਂ ਨਾਲ ਖੋਲ੍ਹਿਆ, ਝੰਡੇ ਇਕੱਠੇ ਕੀਤੇ। ਸਾਡੇ 2 ਗੁਰਸਿੱਖ ਵੀਰ ਅੰਮ੍ਰਿਤਧਾਰੀ ਸਿੰਘ ਵੀਰ ਜਿਹੜੇ ਸੇਵਾ ਕਰਦੇ ਗੁਰਦੁਆਰਾ ਉੱਥੇ ਲੰਗਰ 'ਚ, ਉਹਨਾਂ ਨੂੰ ਡਿਊਟੀ ਲਾਈ। ਉਹਨਾਂ ਨੇ ਚੌਰ ਦੇ ਵਿੱਚ ਖਾਲੀ ਪਈ ਇੱਕ ਚੌਰ 'ਚ 3-4 ਚੌਰਾਂ ਸੀ ਸਾਡੀਆਂ ਪੱਟੀਆਂ ਹੋਈਆਂ, ਉਹਦੇ 'ਚ ਪਾਣੀ ਦਾ ਛਿੱਟਾ ਦੇ ਕੇ ਉੱਥੇ ਰੱਖ ਕੇ ਉਹਨਾਂ ਨੇ ਉਹਨਾਂ ਦਾ ਸੰਸਕਾਰ ਕੀਤਾ, ਕਿਉਂਕਿ ਉਸ ਦਿਨ 4 ਮਈ ਦੀ ਆਡੀਓ ਦੇ ਵਿੱਚ ਵੀ ਇਹ ਤੁਸੀਂ ਸੁਣ ਰਹੇ ਹੋ। ਜੇ 4 ਮਈ ਦੀ ਰਿਕਾਰਡਿੰਗ ਨਹੀਂ ਹੈਗੀ, ਇਹਦੇ ਵਾਸਤੇ ਵੀ ਤੁਸੀਂ ਵੀਰ ਉਹਨਾਂ ਨੂੰ ਪੁੱਛ ਸਕਦੇ ਹੋ ਜਿਨ੍ਹਾਂ ਦੀਆਂ ਆਵਾਜ਼ਾਂ ਵਾ ਵੀ ਕੀ ਉਹ ਸਹੀ ਆਵਾਜ਼ ਹੈ ਉਹਨਾਂ ਦੀ। ਸਿਰਫ ਇੰਨੀ ਗੱਲ ਹੋਈ ਸੀ। ਇਹਦੇ ਵਿੱਚ ਅਸੀਂ ਕਿੱਥੇ ਕਸੂਰਵਾਰ ਆ, ਕਿੰਨੇ ਕੁ ਕਸੂਰਵਾਰ ਆ, ਕਿ ਜਿਹੜੀਆਂ ਗੱਲਾਂ ਅਕਾਲ ਤਖਤ ਸਾਹਿਬ ਤੱਕ ਲੈ ਕੇ ਜਾਣ ਦੀ ਕੀਤੀ ਜਾ ਰਹੀ ਹੈ ਗੱਲ, ਸਾਡੀ ਸਿਰਫ ਗਲਤੀ ਕਿੰਨੀ ਆ ਵੀ ਅਸੀਂ ਗੁਰੂ ਕੇ ਲੰਗਰ ਜਿਹੜੇ ਚੱਲਦੇ ਆ ਦਿੱਲੀ ਦੇ ਵਿੱਚ, ਉਹ ਉੱਥੇ ਲਾਏ ਹੋਏ ਆ। ਸ਼ਾਇਦ ਇਹਦਾ ਕਿਸੇ ਨੂੰ ਨਾਰਾਜ਼ਗੀ ਹੋਵੇ, ਪਰ ਅਸੀਂ ਕਿਸੇ ਪਾਰਟੀ ਨਾਲ ਨਹੀਂ ਭਰਾਵੋ, ਨਾ ਅਸੀਂ ਕਿਸੇ ਜਥੇਬੰਦੀ ਨਾਲ ਆ, ਅਸੀਂ ਪੰਜਾਬ ਨਾਲ ਆ, ਅਸੀਂ ਕਿਸਾਨ ਨਾਲ ਆ। ਇਸ ਕਰਕੇ ਅਸੀਂ ਇਸ ਦੁੱਖ ਦੇ ਵਿੱਚ ਗਏ ਸੀ ਉੱਥੇ ਵੀ ਸਾਡੇ ਪੰਜਾਬ ਨਾਲ ਧੱਕਾ ਹੋ ਰਿਹਾ, ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ। ਜਿਹੜਾ ਰਿਪਲਾਈ ਕਰ ਰਹੇ ਆ, ਸਾਡੇ ਭੈਣ ਭਰਾਵਾਂ ਦੇ ਬਹੁਤ ਫੋਨ ਆਏ, ਵੀਰਾਂ ਦੇ, ਸਾਡੇ ਟੀਮ ਦੇ ਮੈਂਬਰਾਂ ਦੇ, ਵੀ ਬਾਈ ਇਹ ਕੀ ਗੱਲ ਹੋ ਗਈ। ਉਹਦੇ ਵਾਸਤੇ ਅਸੀਂ ਇਹ ਸਾਰਾ ਸਪਸ਼ਟੀਕਰਨ ਦੇ ਰਹੇ ਹਾਂ। ਤੇ ਜੇ ਇਹਦੇ 'ਚ ਕੋਈ ਗਲਤੀ ਕੀਤੀ, ਅਸੀਂ ਮਾਫੀ ਵੀ ਮੰਗ ਸਕਦੇ ਹਾਂ, ਕੋਈ ਮਸਲਾ ਨਹੀਂ ਗਾ, ਕੋਈ ਸਾਡੀ ਇਹਦੇ 'ਚ ਇੱਜ਼ਤ ਨਹੀਂ ਘਟਣ ਲੱਗੀ, ਕਿਉਂਕਿ ਜਿਹੜਾ ਸਿਰ ਦੇ ਉੱਪਰ ਇਹ ਖਾਲਿਸਤਾਨੀ ਰੰਗ ਦਾ ਬੰਨਿਆ ਹੋਇਆ ਪਰਨਾ, ਇਹਨੂੰ ਅਸੀਂ ਖਾਲਿਸਤਾਨੀ ਰੰਗ ਹੀ ਕਹਿੰਦੇ ਹਾਂ। ਇਸੇ ਕਰਕੇ ਉਸ ਦਿਨ ਗੱਲ ਹੋਈ ਸੀ ਵੀ ਉਹ ਖਾਲਿਸਤਾਨੀ ਝੰਡੇ, ਉਦੋਂ ਕਿ ਵੀਰ ਕਹਿੰਦਾ ਵੀ ਉਹਦੇ ਝੰਡਿਆਂ 'ਤੇ ਖਾਲਿਸਤਾਨੀ ਲਿਖਿਆ ਹੋਇਆ ਸੀ। ਮੈਂ ਕਿਹਾ ਨਹੀਂ ਵੀਰੇ, ਵੀ ਮੂੰਹ 'ਤੇ ਚੜ੍ਹੀ ਹੋਈ ਹੈ ਗੱਲ ਇਹ, ਵੀ
ਸਾਰੇ ਸਰਕਾਰ ਪ੍ਰਚਾਰ ਹੀ ਇਹ ਰਹੀ ਸੀ ਚਾਰੇ ਪਾਸੇ, ਪ੍ਰੋਪੇਗੈਂਡਾ ਹੀ ਇਹ ਕਰ ਰਹੀ ਸੀ। ਤੇ ਉਹ ਗੱਡੀ ਨੂੰ ਦੇਖ ਕੇ ਵੀ ਸਾਡੇ ਮਨ 'ਚ ਇਹੀ ਆਇਆ ਸੀ ਵੀ ਯਾਰ ਕਿਤੇ, ਕਿਉਂਕਿ 26 ਜਨਵਰੀ ਤੋਂ ਪਹਿਲਾਂ ਦੀ ਇਹ ਘਟਨਾ ਸੀ ਜਿਹਦੇ ਝੰਡੇ ਆਏ ਸੀ, ਕੁਝ ਦਿਨ ਪਹਿਲਾਂ ਦੀ, ਪਤਾ ਨਹੀਂ 4 ਦਿਨ 5 ਦਿਨ, ਉਦੋਂ ਪ੍ਰੋਪੇਗੈਂਡਾ ਇਹ ਚੱਲ ਰਿਹਾ ਸੀਗਾ ਵੀ ਇਹ ਖਾਲਿਸਤਾਨੀਆਂ ਨੇ ਹਾਈਜੈਕ ਕਰ ਲਿਆ ਜੀ, ਇਹ ਐਂ ਹੋ ਗਿਆ। ਹਾਲਾਂਕਿ ਖਾਲਿਸਤਾਨੀ ਕੋਈ ਸਾਡੇ ਦੁਸ਼ਮਣ ਨਹੀਂ ਹੈਗੇ, ਸਾਡੇ ਭਰਾ, ਅਸੀਂ ਖਾਲਿਸਤਾਨ ਹੀ ਆ, ਅਸੀਂ ਵੀ ਉਹਨਾਂ 'ਚੋਂ ਹੀ ਆ। ਇਹਦੀ ਸਾਨੂੰ ਐਗਜ਼ਾਮਪਲ ਦੇਣ ਦੀ ਵੀ ਲੋੜ ਨਹੀਂ। ਸਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਤੇਜਾ ਸਿੰਘ ਸਮੁੰਦਰੀ ਹਾਲ 'ਚ ਲੱਗੀਆਂ ਹੋਈਆਂ ਸੀ, ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਉਹਦੇ ਬਾਰੇ ਵੀ ਤੁਸੀਂ ਉੱਥੇ ਜਾ ਕੇ ਤਸਵੀਰਾਂ 'ਚ ਦੇਖ ਸਕਦੇ ਹੋ ਵੀ ਸਾਡਾ ਪਰਿਵਾਰ ਕੀ ਸੀ। ਪਰ ਅੱਜ ਸਪਸ਼ਟੀਕਰਨ ਦੇਣ ਦਾ ਸਾਡਾ ਮੇਨ ਮਕਸਦ ਤਾਂ ਇੱਕੋ ਹੀ ਸੀਗਾ ਵੀ ਅਸੀਂ ਉਹਨਾਂ ਆਪਣੇ ਪਿਆਰਿਆਂ ਦਾ, ਆਪਣੇ ਵੀਰਾਂ ਦਾ, ਭੈਣਾਂ ਦਾ, ਬਜ਼ੁਰਗਾਂ ਦਾ ਮਾਣ ਨਹੀਂ ਸੀ ਵਿਰੁੰਧਣਾ ਚਾਹੁੰਦੇ, ਜਿਹੜੇ ਇਸ ਹਾਲਾਤ ਦੇ ਵਿੱਚੋਂ ਹਰ ਰੋਜ਼ ਸਾਡੇ ਬਾਰੇ 'ਚ ਗਲਤ ਮਲਤ ਬੋਲਿਆ ਜਾ ਰਿਹਾ, ਗਾਲਾਂ ਕੱਢੀਆਂ ਜਾ ਰਹੀਆਂ, ਗੰਦਾ ਮੰਦਾ ਬੋਲਿਆ ਜਾ ਰਿਹਾ, ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਹ ਸਾਨੂੰ ਬਾਰ-ਬਾਰ ਕਹਿੰਦੇ ਸੀ ਵੀਰੇ ਤੁਸੀਂ ਕੁਛ ਕਰੋ, ਤੇ ਅਸੀਂ ਸੱਚ ਨਾਲ ਖੜੇ ਹਾਂ। ਜਿਹੜੀ ਰਿਕਾਰਡਿੰਗ ਆ ਇਹ ਸਾਰਾ ਸੱਚ ਬਿਆਨ ਕਰਦੀ ਆ ਵੀ ਅਸੀਂ ਕੀ ਗਲਤ ਕੀਤਾ ਤੇ ਕੀ ਸਹੀ ਕੀਤਾ। ਬਸ ਸਾਡੀ ਇੰਨੀ ਕੁ ਬੇਨਤੀ ਆ, ਗੁਰੂ ਕੇ ਲੰਗਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬਖਸ਼ਿਆ, ਸਾਡੀ ਕੋਈ ਮਨਸ਼ਾ ਨਹੀਂ ਸੀ ਉੱਥੇ ਲੈ ਕੇ ਜਾ ਕੇ ਕਿਸੇ ਇਸ ਰਾਜਨੀਤੀ ਜਾਂ ਕਿਸੇ ਇਸ ਮਸਲੇ ਦੇ ਵਿੱਚ ਦਖਲ ਦੇਣ ਦਾ, ਹੁਣ ਵੀ ਨਹੀਂ, ਅੱਗੋਂ ਵੀ ਨਹੀਂ ਹੈਗਾ। ਪਰ ਸਾਡੇ ਪਰਿਵਾਰ ਦੇ ਜਿਹੜੇ 7 ਮੈਂਬਰ ਇਹਨਾਂ 10-15 ਦਿਨਾਂ ਦੇ ਵਿੱਚ ਸਾਨੂੰ ਛੱਡ ਕੇ ਚਲੇ ਗਏ ਆ। ਬਾਬਾ ਸ਼ਿੰਦਾ ਸਿੰਘ, ਬਾਪੂ ਭਗਵਾਨ ਦਾਸ, ਮਾਤਾ ਅਨਨੋਨ ਮਾਤਾ ਜੀ ਸਾਡੇ, ਬਿੱਟੂ ਵੀਰ ਸਾਡਾ ਛੱਡ ਕੇ ਚਲਿਆ ਗਿਆ ਸਾਨੂੰ, ਨਰਿੰਦਰ ਸਿੰਘ ਬਿੱਟੂ, ਰਾਧੇ ਸ਼ਾਮ ਬਾਬਾ ਚਲਿਆ ਗਿਆ, ਮਹਿੰਦਰ ਕਪੂਰ ਬਾਪੂ ਤੇ ਜੀਤ ਸਿੰਘ ਬਾਪੂ ਰਾਤ ਛੱਡ ਕੇ ਚਲੇ ਗਏ, ਹਜੇ ਵੀ ਫਰਿੱਜ 'ਚ ਪਏ ਨੇ। ਇਹ ਸਾਰੀ ਦੁੱਖ ਦੀ ਘੜੀ ਦੇ ਵਿੱਚੋਂ ਦੀ ਅਸੀਂ ਨਿਕਲ ਰਹੇ ਹਾਂ। ਇਹਦੇ ਕਰਕੇ ਅਸੀਂ ਇਹ ਸੰਗਤ ਦਾ ਰਿਪਲਾਈ ਹੈ ਜਿਹੜਾ ਉਹ ਲੇਟ ਕਰ ਦੇ ਚੁੱਕੇ ਹਾਂ। ਅਸੀਂ ਇਸ ਗੱਲ ਤੋਂ ਮੁਨਕਰ ਵੀ ਹੋ ਸਕਦੇ ਸੀ ਵੀ ਸਾਨੂੰ ਪਤਾ ਹੀ ਨਹੀਂ ਗੱਲ ਹੋਈ ਕੀ, ਅਸੀਂ ਤਾਂ ਕੀਤਾ ਹੀ ਨਹੀਂ ਕੁਛ, ਪਰ ਨਹੀਂ, ਕਿਉਂਕਿ ਜਦੋਂ ਸੱਚ ਆ ਉਹ ਸੱਚ ਹਮੇਸ਼ਾ, ਇਹਨੇ ਸੱਚ ਉਹਨਾਂ ਕਾ ਖਸਮ ਹੈ। ਕੁਦਰਤੋਂ ਜਦੋਂ ਅਸੀਂ ਪੁਰਾਣੇ ਰਿਕਾਰਡ 'ਚ ਰਿਕਾਰਡਿੰਗਾਂ ਚੈੱਕ ਕੀਤੀਆਂ ਤਾਂ ਸਾਡੇ ਕੋਲੇ ਉਸ ਦਿਨ ਦੀ ਰਿਕਾਰਡਿੰਗ ਪਈ ਸੀ। ਤੇ ਉਹ ਰਿਕਾਰਡਿੰਗ ਹੀ ਅੱਜ ਅਸੀਂ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸੱਚ ਸਾਡੀ ਇਸ ਗੱਲ ਦਾ ਲੈ ਕੇ ਆਏ ਹਾਂ ਵੀ ਅਸੀਂ ਇਸ ਰੰਗ ਦਾ ਸਤਿਕਾਰ ਕਰਦੇ ਹਾਂ। ਅਸੀਂ ਸਾੜਨ ਦਾ ਇੱਕ ਜਿਹੜਾ ਸਾੜਿਆ ਲਫ਼ਜ਼ ਵਰਤਿਆ ਗਿਆ ਉਹਦਾ ਵਿਰੋਧ ਕਰਦੇ ਹਾਂ। ਅਸੀਂ ਸੰਸਕਾਰ ਕੀਤਾ ਸੀ, ਉਹ ਵੀ ਬੇਅਦਬੀ ਹੋ ਰਹੀ ਸੀ ਤਾਂ ਕੀਤਾ ਸੀ। ਪਿਛਲੇ 5 ਸਾਲਾਂ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਦੀ ਸੇਵਾ ਬਖਸ਼ੀ ਆ, ਉਦੋਂ ਦਾ ਕਦੇ ਝੂਠ ਬੋਲਣ ਦੀ ਲੋੜ ਹੀ ਨਹੀਂ ਪਈ ਕਦੇ, ਤੇ ਨਾ ਹੀ ਬੋਲਣਾ ਇਹ ਉਸ ਦਿਨ ਹੀ ਮਿਥਲਿਆ ਸੀ। ਉਸ ਤੋਂ ਪਹਿਲਾਂ ਬਹੁਤ ਬੋਲਿਆ, ਬਹੁਤ ਗਲਤ ਕੰਮ ਕੀਤੇ ਆ, ਬਹੁਤ ਪੁੱਠੀਆਂ ਸਿੱਧੀਆਂ ਗੱਲਾਂ 'ਚ ਵੀ ਸ਼ਾਮਲ ਰਹੇ ਆ। ਕੋਈ ਸੱਚੇ ਸੁੱਚੇ ਨਹੀਂ ਸੀ, ਕੋਈ ਦੁੱਧ ਧੁੱਤੇ ਨਹੀਂ ਸੀ। ਪਹਿਲਾਂ ਅਸੀਂ ਖੁਦ ਕਹਿੰਦੇ ਵੀ ਅਸੀਂ ਗਲਤ ਸੀ। ਜਿਹੜਾ ਵੀ ਤੁਸੀਂ ਕਹੋ ਕੋਈ ਗਲਤ ਕੰਮ ਕੀਤਾ ਹੋਊਗਾ, ਤੁਸੀਂ ਸੋਚ ਸਕਦੇ ਸੀ ਉਹ ਕੀਤਾ ਹੋਊਗਾ, ਲਾਜ਼ਮੀ ਅਸੀਂ ਕਹਿੰਦੇ ਨਹੀਂ ਵੀ ਨਹੀਂ ਕੀਤਾ ਹੋਊਗਾ। ਜਿਹੜਾ ਵੀ ਕੋਈ ਕਹੂਗਾ ਵੀ ਇਹਨਾਂ ਨੇ ਆਹ ਕੀਤਾ ਸੀ, ਪਰ ਪਿਛਲੇ 5 ਸਾਲਾਂ 'ਚ ਉਹੀ ਕੀਤਾ ਜੋ ਪਰਮਾਤਮਾ ਨੇ ਕਰਾਇਆ, ਉਹੀ ਕੀਤਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਕਰਾਇਆ। ਤੇ ਪਿਛਲੇ 5 ਸਾਲਾਂ 'ਚ ਇਸ ਰੰਗ ਦੀ ਸਾਡੇ ਲਈ ਕੀ ਵੈਲਿਊ ਆ, ਇਸ ਦਸਤਾਰ ਦੀ, ਇਸ ਨਿਸ਼ਾਨ ਸਾਹਿਬ ਦੀ ਸਾਡੇ ਲਈ ਕੀ ਵੈਲਿਊ ਆ, ਉਹ ਅਸੀਂ ਅੱਜ ਬਿਆਨ ਕਰਨ ਲਈ ਸਾਨੂੰ ਸਾਹਮਣੇ ਆਉਣਾ ਪਿਆ ਤੁਹਾਡੇ। ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਨ। ਫਿਰ ਵੀ ਜੇ ਕੋਈ ਉੱਚੀ ਨੀਵੀਂ ਕੋਈ ਗੱਲ ਕਹੀ ਗਈ ਹੋਵੇ, ਮਾਫੀ ਮੰਗਦੇ ਹਾਂ। ਪਰ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ, ਭਰਾਵੋ, ਅਸੀਂ ਕਿਸੇ ਦੇ ਨਾਲ ਨਹੀਂ, ਅਸੀਂ ਕਿਸੇ ਦੇ ਉਲਟ ਨਹੀਂ, ਕਿਸੇ ਦੇ ਖਿਲਾਫ ਨਹੀਂ। ਸਾਡਾ ਤਾਂ ਇੱਕੋ ਹੀ ਮਕਸਦ ਆ ਵੀ ਜੇ ਵਾਹਿਗੁਰੂ ਨੇ ਸਾਡੀ ਬਾਂਹ ਫੜੀ ਆ ਵੀ ਅਸੀਂ ਇਹ ਸੇਵਾ ਸੱਚੇ ਮਨ ਨਾਲ ਕਰ ਸਕੀਏ, ਤਨਦੇਹੀ ਨਾ ਕਰ ਸਕੀਏ।
ਫਿਰ ਵੀ ਕਿਸੇ ਦਾ ਜੇ ਮਨ ਦੁਖਿਆ ਹੋਵੇ ਅਸੀਂ ਮਾਫੀ ਮੰਗਦੇ ਹਾਂ, ਪਰ ਅਸੀਂ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਵੀ ਭਰਾਵਾਂ ਨੂੰ, ਸਾਰਿਆਂ ਨੂੰ ਵੀ ਭਰਾਵੋ, ਹੁਣ ਕਿਸਾਨ ਕਿੱਦਾਂ ਉੱਥੇ ਕਿਹੜੇ ਹਾਲਾਤਾਂ 'ਚ ਨੇ, ਕਿਸਾਨੀ ਸੰਘਰਸ਼ ਕਿਹੜੇ ਹਾਲਾਤਾਂ 'ਚ ਆ, ਉਹ ਸਾਰੇ ਆਪਾਂ ਜਾਣਦੇ ਹਾਂ। ਆਪਾਂ ਉਹਦੇ ਲਈ ਲੜਾਈ ਲੜੀਏ, ਆਪਸ ਵਿੱਚ ਨਾ ਲੜੀਏ। ਜੇ ਕਿਸੇ 'ਚ ਕੋਈ ਕਮੀ ਹੈਗੀ ਹੈ ਸਾਡੇ 'ਚ, ਉਹਨੂੰ ਬੈਠ ਕੇ ਆਪਾਂ ਨਜਿੱਠ ਸਕਦੇ ਹਾਂ। ਪਰ ਜਿਹੜੇ ਹਾਲਾਤਾਂ 'ਚ ਅਸੀਂ ਵੀ ਨਿਕਲ ਰਹੇ ਹਾਂ ਇਸ ਟਾਈਮ, ਇਹਨਾਂ ਹਾਲਾਤਾਂ 'ਚ ਸਾਨੂੰ ਇਹ ਸਾਡਾ ਜਵਾਬ ਦੇਣਾ ਵੀ ਸਾਡੇ ਲਈ ਬਹੁਤ ਔਖਾ ਸੀ, ਪਰ ਸੱਚ ਸੀ। ਸੱਚ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਾ ਜ਼ਰੂਰੀ ਸੀ। ਉਸ ਆਡੀਓ ਦੇ ਵਿੱਚ ਇਹੀ ਗੱਲਾਂ ਕਹੀਆਂ ਗਈਆਂ। ਸੁਖਬੀਰ ਨੇ ਗੱਲ ਸ਼ੁਰੂ ਕੀਤੀ ਸੀ ਕਿਸੇ ਦੀ ਟੱਕੇ ਟਾਲੀਆਂ ਤੇ ਝੰਡੇ ਲੱਗਣ ਦੀ ਤੇ ਲਾ ਕੇ ਸਾੜਨ ਦੀ। ਉੱਥੋਂ ਮੇਰੇ ਦਿਮਾਗ 'ਚ ਸ਼ਾਇਦ ਇਹ ਗੱਲ ਆਈ ਕੋਈ, ਮੈਂ ਵੀ ਬੈਠੇ ਬੈਠੇ ਨੇ ਵਿੱਚ ਇਹ ਗੱਲ ਛੇੜਤੀ ਵੀ ਯਾਰ ਉਦੋਂ ਇੱਕ ਗੱਡੀ ਮਿਲੀ ਸੀ, ਵੀ ਸਾਨੂੰ ਐਂ ਲੱਗਿਆ ਜਿਵੇਂ ਸਰਕਾਰ ਕਿਤੇ ਕੋਈ ਆਪ ਹੀ ਨਾ ਕਰ ਰਹੀ ਹੋਵੇ ਕਿਤੇ ਇਹ ਕੁਛ। ਤੇ ਅਸੀਂ ਉਸ ਜਦੋਂ ਉਹ ਗੱਡੀ ਨੂੰ ਜਥੇਬੰਦੀਆਂ ਤੱਕ ਪਹੁੰਚਦਾ ਕੀਤਾ ਸੀ, ਨਾ ਕਿ ਉਸ ਗੱਡੀਆਂ 'ਚ ਝੰਡੇ ਲਾ ਕੇ ਸਾੜਨ ਦੀ ਗੱਲ ਕਹੀ ਸੀ। ਤੇ ਝੰਡੇ ਜਿਹੜੇ ਸੰਸਕਾਰੇ ਗਏ ਨੇ, ਉਹ ਪੈਰਾਂ 'ਚ ਪੈ ਰੁਲਦੇ ਚੱਕ ਕੇ ਉਹਨਾਂ ਨੂੰ ਸੰਸਕਾਰ ਕਰਕੇ ਬਾਇਜ਼ਤ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਉਹੀ ਗੱਲ ਉਸ ਦਿਨ ਉਹਨਾਂ ਵੀਰਾਂ ਦੇ ਸਾਹਮਣੇ ਕੀਤੀ ਸੀ। ਜੇ ਦਿਲ 'ਚ ਗੱਲ ਕੋਈ ਗਲਤ ਹੁੰਦੀ ਤਾਂ ਕਿਉਂ ਕਰਦੇ, ਤੇ ਉਹ 10-12 ਡੰਡੇ ਜਿਹੜੇ ਉੱਥੇ ਪਏ ਸੀ ਲੰਗਰ ਦੇ ਵਿੱਚ, ਸ਼ਾਇਦ ਅੱਜ ਵੀ ਉੱਥੇ ਪਏ ਹੋਣ। ਬਸ ਇੰਨੀਆਂ ਕੁ ਬੇਨਤੀਆਂ। ਵਾਹਿਗੁਰੂ ਜਾਣੀ ਜਾਣ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਆਪ ਜਾਣਦੇ ਨੇ। ਜਿਨ੍ਹਾਂ ਵੀਰਾਂ ਨੇ ਸਾਡੇ ਹੱਕ ਦੇ ਵਿੱਚ ਪੋਸਟਾਂ ਪਾਈਆਂ, ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਕੋਈ ਹੱਕ 'ਚ ਨਹੀਂ, ਕੋਈ ਖਿਲਾਫ 'ਚ ਨਹੀਂ, ਸਾਰੇ ਸਾਡੇ ਆਪਣੇ ਆ। ਗਾਲਾਂ ਕੱਢਣ ਵਾਲੇ ਸਾਡੇ ਆਪਣੇ ਆ। ਇਸ ਕਰਕੇ ਕੋਈ ਵੀ ਸ਼ਬਦੀ ਜੰਗ ਨਾ ਕੀਤੀ ਜਾਵੇ, ਕੋਈ ਵੀ ਇੱਕ ਦੂਜੇ ਦੇ ਖਿਲਾਫ ਪ੍ਰਕਾਰ ਦੇ ਵਿੱਚ ਗਲਤ ਨਾ ਬੋਲਿਆ ਜਾਵੇ। ਤੇ ਆਡੀਓ ਸੁਣ ਕੇ ਜੇ ਕਿਸੇ ਨੂੰ ਗਲਤ ਲੱਗਦੇ ਅਸੀਂ ਜਿੱਥੇ ਕਹੋਗੇ, ਜਿਵੇਂ ਕਹੋਗੇ, ਅਸੀਂ ਇਸ ਕੌਮ ਦੇ ਹਮੇਸ਼ਾ ਤਾਬੇਦਾਰ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਡੀਓ 4 ਫਰਵਰੀ ਦੀ ਹੈ।